कबीर जी अंधकार सुख कबै न सोई है। राजा रंक दो मिर रोई है। जो पै रसना राम न कहबो। उपजत बिनसत रोवत रहबो। राव जस देखिए तरवर की छाया। प्राण गए कहो काकी माया। जस जंती में जियो समाना। मुए मर्म को का कर जाना। हंसा सरवर काल शरीर। राम रसायन पियो रे कबीर। वाहिगुरु जी का खालसा वाहिगुरु जी की फतेह। गुरु सवारी साध संगत जीओ, भगत कबीर जी ने अपने जीवन दे उस अनुभव नूं अपनी बाणी राहीं साडे वर्गे कलयुगी जीवन लई सरल शब्दां विच वर्णन किया। जिथे भगत जी देखते हैं कि लोग कर्म कांडां विच फसे हुए ने और कर्म कांड कर करके अपने आप नूं भुलेखे विच पा रहे हैं। जिवें पिछले शब्द विच भी भगत जी ने एक बहुत वड्डा भुलेखा दूर किया है। कौरे पंडित बामण कब के होए। बामण कह जन्म मत खोए। ਇਹਦੇ ਵਿੱਚ ਵੀ ਉਹਨਾਂ ਨੇ ਕਿਰਪਾ ਕੀਤੀ ਹੈ ਕਿ ਉੱਚੀ ਜਾਤ ਦਾ ਅਪਮਾਨ ਕਰਨ ਵਾਲੇ ਜਿਹੜੇ ਹਨ ਉਹ ਇਸ ਅਪਮਾਨ ਨਾਲ ਆਪਣਾ ਹੀ ਨੁਕਸਾਨ ਕਰ ਰਹੇ ਹਨ, ਕਿਉਂਕਿ ਉਹ ਸਮਝਦੇ ਨੇ ਕਿ ਅਸੀਂ ਬਹੁਤ ਉੱਚੇ ਹਾਂ। ਪਰ ਭਗਤ ਜੀ ਨੇ ਨਿਰਣਾ ਕਰ ਦਿੱਤਾ ਕਿ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਜਿਹੜਾ ਬ੍ਰਹਮ ਦੀ ਵਿਚਾਰ ਕਰੇ ਉਸ ਨੂੰ ਅਸੀਂ ਬ੍ਰਾਹਮਣ ਕਹਿੰਦੇ ਹਾਂ ਤਥਾ ਮੰਨਦੇ ਹਾਂ। ਔਰ ਗੱਲ ਵੀ ਠੀਕ ਹੈ। ਜੇ ਕੋਈ ਕੰਮ ਚੰਡਾਲਾਂ ਵਾਲੇ ਕਰੇ ਤੇ ਪੈਦਾ ਹੋ ਜਾਏ ਬ੍ਰਾਹਮਣਾਂ ਦੇ ਘਰ, ਆਖੇ ਮੈਂ ਬ੍ਰਾਹਮਣ ਹਾਂ, ਉਹਨੂੰ ਕਦੇ ਵੀ ਬ੍ਰਾਹਮਣ ਨਹੀਂ ਮੰਨਿਆ ਜਾਏਗਾ। ਕਿਉਂਕਿ ਬਾਬੇ ਨੇ ਤੇ ਕਿਹਾ ਕਿ ਜਿਸ ਤਰ੍ਹਾਂ ਦਾ ਕਿਸੇ ਦਾ ਕਰਮ ਹੈ ਉਸੇ ਨਾਮ ਨਾਲ ਉਹਨੂੰ ਪੁਕਾਰਿਆ ਜਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੱਕੇ ਵਿੱਚ ਕਾਜ਼ੀਆਂ ਨੇ, ਹਾਜੀਆਂ ਨੇ ਸਵਾਲ ਕੀਤਾ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸੱਚਮੁੱਚ ਭਗਤ ਜੀ ਨੇ ਠੀਕ ਕਿਹਾ। ਜਿਹੜਾ ਬ੍ਰਹਮ ਦੀ ਵਿਚਾਰ ਕਰੇਗਾ ਉਹ ਤੇ ਬ੍ਰਾਹਮਣ ਕਹਿਣ ਦਾ ਹੱਕਦਾਰ। ਸਿਰਫ ਇਹ ਕਹਿਣਾ ਕਿ ਮੈਂ ਬ੍ਰਾਹਮਣਾਂ ਦੇ ਘਰ ਜਨਮ ਲੈ ਲਿਆ ਤੇ ਮੈਂ ਬ੍ਰਾਹਮਣ ਹੋ ਗਿਆ, ਇਸ ਗੱਲ ਨੂੰ ਭਗਤ ਜੀ ਰਿਜੈਕਟ ਕਰਦੇ। ਹੁਣ ਅਗਲੇ ਸ਼ਬਦ ਵਿੱਚ ਇਸੇ ਲੜੀ ਵਿੱਚ ਭਗਤ ਜੀ ਕਹਿੰਦੇ ਹਨ, ਜੋ ਪੈ ਰਸਨਾ ਰਾਮ ਨ ਕਹਿਬੋ। ਉਪਜਤ ਬਿਨਸਤ ਰੋਵਤ ਰਹਿਬੋ। ਜੋ ਪੈ ਜਦੋਂ ਤੀਕਰ ਇਸ ਰਸਨਾ ਦੇ ਨਾਲ ਕੋਈ ਪਰਮਾਤਮਾ ਦਾ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਸਿਰਫ ਸਿਮਰਨ ਦੀਆਂ ਗੱਲਾਂ ਕਰੀ ਜਾਏ, ਸਿਰਫ ਆਪਣੇ ਆਪ ਨੂੰ ਉੱਚੀ ਜਾਤ ਵਿੱਚ ਪੈਦਾ ਹੋਣ ਕਰਕੇ ਉੱਚਾ ਕਹੀ ਜਾਏ। ਭਗਤ ਜੀ ਕਹਿੰਦੇ ਨੇ ਇਹ ਉਹਦਾ ਭੁਲੇਖਾ। ਜੋ ਪੈ ਰਸਨਾ ਰਾਮ ਨ ਕਹਿਬੋ। ਜਿਵੇਂ ਭੋਜਨ ਖਾਧੇ ਤੋਂ ਬਿਨਾਂ ਕਿਸੇ ਦੀ ਭੁੱਖ ਕਿਵੇਂ ਮਿਟੇਗੀ। ਕਦੇ ਭੁੱਖ ਭੋਜਨ ਨੂੰ ਦੇਖ ਕੇ ਕਿਸੇ ਦੀ ਭੁੱਖ ਮਿਟੀ ਹੈ ਜਾਂ ਭੋਜਨ ਦੀਆਂ ਗੱਲਾਂ ਕਰਕੇ ਭੋਜਨ ਦਾ ਨਾਮ ਲੈ ਲੈ ਕੇ ਕਦੇ ਕੋਈ ਰੱਜਿਆ ਹੈ। ਤੋ ਭਗਤ ਜੀ ਕਹਿੰਦੇ ਨੇ ਜਦੋਂ ਤੀਕਰ ਕੋਈ ਪ੍ਰੇਮ ਦੇ ਨਾਲ ਆਪਣੀ ਰਸਨਾ ਦੁਆਰਾ ਰਾਮ ਨਾ ਕਹਿਬੋ, ਉਸ ਰਮੇ ਹੋਏ ਰਾਮ ਦਾ ਨਾਮ ਨਹੀਂ ਜਪਦਾ। ਉਪਜਤ ਬਿਨਸਤ ਰੋਵਤ ਰਹਿਬੋ। ਉਹ ਜੰਮਣ ਮਰਨ ਦੇ ਚੱਕਰ 'ਚ ਪਿਆ ਰਹੇ, ਪੈਦਾ ਹੋਵੇਗਾ, ਮਰੇਗਾ, ਰੋਂਦਾ ਰਹੇਗਾ। ਭਾਵ ਉਸਨੂੰ ਕਦੇ ਵੀ ਸਹਿਜ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਉਹ ਕਦੇ ਵੀ ਭਟਕਣਾ ਤੋਂ ਬਚ ਨਹੀਂ ਸਕਦਾ। ਫਿਰ ਭਗਤ ਜੀ ਨੇ ਬੜੇ ਵਿਸਥਾਰ ਨਾਲ ਸਮਝਾਇਆ, ਅੰਧਕਾਰ ਸੁਖ ਕਬੈ ਨ ਸੋਈ ਹੈ। ਹੁਣ ਅੰਧਕਾਰ ਦਾ ਮਤਲਬ ਹੈ ਹਨੇਰਾ। ਇੱਥੇ ਅੰਧਕਾਰ ਦਾ ਮਤਲਬ ਹੈ ਅਗਿਆਨਤਾ ਦਾ ਅੰਧੇਰਾ। ਜਦੋਂ ਤੀਕਰ ਕੋਈ ਅਗਿਆਨਤਾ ਦੇ ਅੰਧੇਰੇ ਦਾ ਸ਼ਿਕਾਰ ਹੈ, ਸੁਖ ਕਬੈ ਨ ਸੋਈ ਹੈ। ਸੁਖ ਦੇ ਖੱਖੇ ਨੂੰ ਸਿਆਰੀ ਹੈ। ਸੁਖ ਵਿੱਚ ਬੇਫਿਕਰ ਹੋ ਕੇ, ਅਚਿੰਤ ਹੋ ਕੇ ਕਦੇ ਵੀ ਕੋਈ ਨਹੀਂ ਟਿਕ ਸਕਦਾ। ਇਹਦੇ ਵਿੱਚ ਦੁਨਿਆਵੀ ਪਦਵੀਆਂ ਦੀ ਗੱਲ ਹੈ ਹੀ ਨਹੀਂ। ਆਖਿਆ ਰਾਜਾ ਰੰਕ ਦੋ ਮਿਲ ਰੋਈ ਹੈ। ਚਾਹੇ ਕੋਈ ਰਾਜਾ ਹੋਵੇ, ਚਾਹੇ ਕੋਈ ਰੰਕ। ਅਗਿਆਨਤਾ ਦਾ ਅੰਧੇਰਾ ਸਾਰਿਆਂ ਲਈ ਦੁਖਦਾਈ ਹੈ। ਰਾਜੇ ਨੂੰ ਵੀ ਦੁਖੀ ਕਰੇਗਾ, ਰੰਕ ਨੂੰ ਵੀ ਦੁਖੀ ਕਰੇਗਾ। ਭਾਵ ਸਭ ਤੋਂ ਵੱਡਾ ਅਮੀਰ ਰਾਜਾ ਮੰਨਿਆ ਜਾਂਦਾ ਔਰ ਸਭ ਤੋਂ ਗਰੀਬ ਰੰਕ ਮੰਨਿਆ ਜਾਂਦਾ। ਪਰ ਜਿਹੜੀ ਅਗਿਆਨਤਾ ਹੈ ਉਹ ਦੋਵਾਂ ਲਈ ਦੁਖਦਾਈ ਹੈ। ਇਸ ਲਈ ਰਾਜੇ ਹੋਣ ਕਰਕੇ ਉਸ ਨੂੰ ਅਗਿਆਨਤਾ ਤੋਂ ਛੋਟ ਨਹੀਂ ਮਿਲ ਸਕਦੀ, ਜਾਂ ਕਿਸੇ ਰੰਕ ਨਾਲ ਇਸ ਗੱਲ ਦਾ ਧੱਕਾ ਨਹੀਂ ਹੋ ਸਕਦਾ। ਹੁਣ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਇੱਥੇ ਜ਼ਾਤਾਂ ਦੀ ਗੱਲ ਤੇ ਮੁੱਕ ਗਈ, ਇੱਥੇ ਅਮੀਰੀ ਦੀ ਗੱਲ ਤੇ ਮੁੱਕ ਗਈ, ਇੱਥੇ ਗਰੀਬੀ ਦੀ ਗੱਲ ਮੁੱਕ ਗਈ। ਇਹ ਤਾਂ ਗੱਲ ਹੈ ਅਗਿਆਨਤਾ ਦੀ। ਅੰਧਕਾਰ ਸੁਖ ਕਬੈ ਨ ਸੋਈ ਹੈ। ਰਾਜਾ ਰੰਕ ਦੋ ਮਿਲ ਰੋਈ ਹੈ। ਮੈਂ ਹੋਰ ਬਹੁਤ ਸਾਰੇ ਸਟੀਕਿਆਂ ਦਾ ਅਧਿਐਨ ਕੀਤਾ। ਉਹਨਾਂ ਨੇ ਇੱਕ ਇੱਕ ਪੰਕਤੀ ਦੇ, ਇੱਕ ਇੱਕ ਸ਼ਬਦ ਦੇ ਕਈ ਕਈ ਅਰਥ ਕੀਤੇ। ਇਹ ਠੀਕ ਹੈ ਕਿ ਵਿਦਵਾਨਾਂ ਲਈ ਉਹਦੇ ਵਿੱਚੋਂ ਬਹੁਤ ਕੁਝ ਲੱਭ ਸਕਦਾ, ਪਰ ਜਿੱਥੇ ਤੀਕਰ ਆਮ ਜਗਿਆਸੂਆਂ ਦੀ ਗੱਲ ਹੈ, ਉਹਨਾਂ ਨੂੰ ਅਸੀਂ ਉਲਝਣ ਵਿੱਚ ਨਹੀਂ ਪਾਉਣਾ ਚਾਹੁੰਦੇ। ਕਦੇ ਵੀ ਤੁਸੀਂ ਦੇਖ ਲਓ ਕਿਸੇ ਚੀਜ਼ ਦੇ ਦੋ ਅਰਥ ਕਰਦੇ ਹੋ, ਤਿੰਨ ਅਰਥ ਕਰਦੇ ਹੋ, ਵਿਦਵਾਨ ਤੇ ਉਹਦੇ ਵਿੱਚੋਂ ਸੇਧ ਲੈ ਲਏਗਾ, ਪਰ ਜਿਹੜੇ ਆਮ ਜਗਿਆਸੂ ਨੇ ਉਹ ਸਗੋਂ ਉਲਝ ਜਾਂਦੇ ਵੀ ਇਹ ਠੀਕ ਹੈ ਕਿ ਉਹ ਠੀਕ ਹੈ। ਜਿਵੇਂ ਅੱਜ ਸਾਡੇ ਪੰਥ ਦੀ ਹਾਲਤ ਹੈ ਵੀ ਸਾਡੇ ਤਖਤ ਪੰਥ ਦੇ ਤਖਤ ਨੇ, ਪਰ ਤਖਤਾਂ ਦੀ ਮਰਿਆਦਾ ਵੱਖ ਵੱਖ। ਹੁਣ ਆਮ ਸ਼ਰਧਾਲੂ ਸਿੱਖ ਸ਼ਰਧਾ ਦੇ ਨਾਲ ਜਦੋਂ ਉਹਨਾਂ ਤਖਤਾਂ ਦੀ ਯਾਤਰਾ ਕਰਦੇ ਹਨ, ਉਹ ਵੱਖ ਵੱਖ ਮਰਿਆਦਾ ਵੇਖ ਕੇ ਸਗੋਂ ਦੁਬਿਧਾ 'ਚ ਪੈ ਜਾਂਦੇ। ਉਹ ਫਿਰ ਪੁੱਛਦੇ ਨੇ ਜੀ ਉੱਥੇ ਇਉਂ ਹੁੰਦਾ, ਉੱਥੇ ਇਉਂ ਹੁੰਦਾ, ਕੀ ਉਹ ਠੀਕ ਹੈ ਕਿ ਉਹ ਠੀਕ ਹੈ। ਹੁਣ ਤਖਤ ਸਾਡੇ ਨੇ, ਉਹਨਾਂ ਬਾਰੇ ਕੀ ਕਹੀਏ। ਮੈਨੂੰ ਇੱਕ ਘਟਨਾ ਯਾਦ ਹੈ ਕਿ ਸਾਡੇ ਇਸ ਨਗਰ ਵਿੱਚ ਸ਼ਾਹਬਾਦ ਵਿੱਚ ਇੱਕ ਮਾਰਕੰਡਾ ਨੈਸ਼ਨਲ ਕਾਲਜ ਹੈ। ਉੱਥੇ ਇੱਕ ਸੱਜਣ ਜੋ ਪਿਪਲੀ ਦੇ ਨੇੜੇ ਪਿੰਡ ਸਮਾਣੀ ਦੇ ਰਹਿਣ ਵਾਲੇ, ਉਹ ਪਿੰਡ ਸਾਰਾ ਜਾਟਾਂ ਦਾ ਹੈ। ਉੱਥੇ ਕੋਈ ਗੁਰੂ ਘਰ ਨੂੰ ਮੰਨਣ ਵਾਲਾ ਪਰਿਵਾਰ ਨਹੀਂ ਹੈ। ਇੱਕ ਸੱਜਣ ਫੌਜ ਵਿੱਚ ਨੌਕਰੀ ਕਰਦਿਆਂ ਕਿਸੇ ਦੀ ਚੰਗੀ ਸੰਗਤ ਕਰਕੇ, ਪ੍ਰੇਰਨਾ ਕਰਕੇ ਉਹ ਗੁਰੂ ਕਾ ਸਿੰਘ ਸੱਜ ਗਿਆ ਅਤੇ ਫੌਜ ਵਿੱਚੋਂ ਰਿਜ਼ਰਵ ਆ ਗਿਆ ਅਤੇ ਸਾਡੇ ਇਸ ਕਾਲਜ ਵਿੱਚ ਉਹ PTI ਲੱਗ ਗਿਆ। ਉਸ ਨੇ ਕਿਸੇ ਸਿੱਖ ਪ੍ਰੋਫੈਸਰ ਨੂੰ ਕਿਹਾ ਕਿ ਮੈਂ ਨਵਾਂ ਨਵਾਂ ਸਿੰਘ ਸਜਿਆ ਅਤੇ ਮੈਨੂੰ ਸਿੱਖ ਸਿਧਾਂਤਾਂ ਬਾਰੇ, ਸਿੱਖ ਇਤਿਹਾਸ ਬਾਰੇ, ਬਾਣੀ ਬਾਰੇ ਕੋਈ ਬਹੁਤੀ ਸੋਝੀ ਨਹੀਂ ਹੈ। ਮੈਂ ਚਾਹੁੰਦਾ ਕਿ ਮੈਂ ਇੱਥੇ ਨੌਕਰੀ ਕਰਦਿਆਂ ਹੋਇਆਂ ਇਸ ਤਰ੍ਹਾਂ ਦੀ ਸੋਝੀ ਪ੍ਰਾਪਤ ਕਰ ਸਕਾਂ। ਉਹ ਸਿੱਖ ਪ੍ਰੋਫੈਸਰ ਨੇ ਉਹਨੂੰ ਦਾਸ ਬਾਰੇ ਦੱਸ ਦਿੱਤਾ, ਬਈ ਤੂੰ ਰੋਜ਼ ਗੁਰਦੁਆਰੇ ਜਾਇਆ ਕਰ, ਗਿਆਨੀ ਜੀ ਉੱਥੇ ਤੈਨੂੰ ਮਿਲਣਗੇ। ਉਹਨਾਂ ਦੀ ਪ੍ਰੇਰਨਾ ਨਾਲ ਰੋਜ਼ ਸੰਗਤ ਵਿੱਚ ਆਉਣ ਲੱਗ ਪਿਆ। ਹੌਲੀ ਹੌਲੀ ਉਸ ਨੂੰ ਬਾਣੀ ਨਾਲ ਪ੍ਰੇਮ ਹੋ ਗਿਆ। ਉਹਦੇ ਘਰ ਪਿਛਲੀ ਉਮਰੇ ਪਰਮਾਤਮਾ ਨੇ ਬੇਟੇ ਦੀ ਦਾਤ ਦਿੱਤੀ। ਉਹਨੇ ਸੁੱਖ ਲਿਆ ਕਿ ਮੈਂ ਅਖੰਡ ਪਾਠ ਕਰਾਉਣਾ। ਮੇਰੇ ਨਾਲ ਉਹਦਾ ਪ੍ਰੇਮ ਸੀ।
ਕਹਿਣ ਲੱਗਾ ਤੁਸੀਂ ਉੱਥੇ ਭੋਗ ਤੇ ਆਓ, ਪਾਠ ਤੇ ਆਓ। ਮੈਂ ਕਿਹਾ ਵੀ ਭੋਗ ਵਾਲੇ ਦਿਨ ਆਵਾਂਗਾ। ਕਹਿੰਦੇ ਨਹੀਂ, ਰੱਖਣ ਵਾਲੇ ਦਿਨ ਵੀ ਆਓ। ਮੈਂ ਉਹਦੇ ਪਿਆਰ ਕਰਕੇ ਚਲਾ ਗਿਆ। ਹੁਣ ਜਿਹੜੇ ਪਾਠੀ ਸਿੰਘ ਉਹਨਾਂ ਨੇ ਬੁਲਾਏ ਸਨ, ਉਹ ਦੀਵੇ ਬਾਲ ਕੇ ਆਰਤੀ ਕਰਨ ਲਈ ਤਿਆਰ ਸਨ। ਮੈਂ ਜਾਂਦਿਆਂ ਮੱਥਾ ਟੇਕ ਕੇ ਕਿਹਾ ਵੀ ਇਹ ਕੀ ਕਰ ਰਹੇ, ਕਿਉਂਕਿ ਸਾਡੇ ਵਿੱਚ ਤੇ ਦੀਵੇ ਬਾਲ ਕੇ ਆਰਤੀ ਕਰਨ ਦੀ ਕੋਈ ਮਰਿਆਦਾ ਨਹੀਂ। ਉਹਨਾਂ ਨੇ ਉਸੇ ਵੇਲੇ ਬੰਦ ਕਰ ਦਿੱਤਾ। ਜਿਸ ਦਿਨ ਭੋਗ ਪਿਆ ਥੋੜ੍ਹਾ ਮੈਂ ਲੇਟ ਹੋ ਗਿਆ, ਅਤੇ ਜਦੋਂ ਮੈਂ ਪਹੁੰਚਿਆ ਉਹ ਦੀਵੇ ਬਾਲ ਕੇ ਫਿਰ ਆਰਤੀ ਕਰ ਰਹੇ ਸਨ। ਤਾਂ ਹੁਣ ਮੈਂ ਉਸ ਵੇਲੇ ਕਿਸੇ ਨੂੰ ਲੜਨਾ ਜਾਂ ਰੋਕਣਾ ਨਹੀਂ ਸੀ। ਭੋਗ ਤੋਂ ਬਾਅਦ ਮੈਂ ਖੜੇ ਹੋ ਕੇ ਸਮਝਾਇਆ, ਪਰ ਬਹੁ ਗਿਣਤੀ ਸੰਗਤ ਸਾਰੀ ਨੌਨ ਸਿੱਖ ਸੀ। ਇੱਕ ਉਹਨਾਂ ਵਿੱਚ ਇੱਕ ਬਜ਼ੁਰਗ ਕੋਈ ਰਿਆਸਤ ਦੇ ਇਲਾਕੇ ਪਟਿਆਲੇ ਦਾ ਗੁਰਸਿੱਖ ਵੀ ਆਇਆ। ਮੈਂ ਖੜੇ ਹੋ ਕੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਗਨਨਾਥਪੁਰੀ ਵਿੱਚ ਇਹ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਸਾਰਾ ਸ਼ਬਦ ਪੜ੍ਹਿਆ, ਸਾਰੇ ਸ਼ਬਦ ਦੀ ਵਿਆਖਿਆ ਕੀਤੀ। ਉਹ ਬਜ਼ੁਰਗ ਉੱਥੋਂ ਬੈਠਾ ਹੀ ਕਹਿਣ ਲੱਗਾ, ਦੇਖੋ ਗਿਆਨੀ जी, हम तो हैं मूढ़, हमनु कुछ पता नहीं, पर एक बात हमारी समझ में आई है कि आप दोनों में से एक गलत है। या दीवे बाल के आरती करने वाले गलत ने या तुसी गलत हो। साध संगत, सचमुच इसे तरह जदों असी एक मर्यादा नहीं करते, कहाउंदे एक गुरु दे सिख, ਤਾਂ ਆਮ ਲੋਕਾਂ ਵਿੱਚ ਭੰਬਲ ਭੂਸਾ ਪੈਦਾ ਹੋ ਜਾਂਦਾ ਕਿ ਠੀਕ ਕਿਹੜਾ। ਤੋ ਗੱਲ ਕੀ, ਇਹ ਅਗਿਆਨਤਾ ਜਿਹੜੀ ਹੈ ਇਹ ਤਾਂ ਰਾਜੇ ਲਈ ਵੀ ਦੁਖਦਾਈ ਹੈ ਤੇ ਰੰਕ ਲਈ ਵੀ ਦੁਖਦਾਈ। ਭਗਤ ਜੀ ਨੇ ਸਪਸ਼ਟ ਕਰ ਦਿੱਤਾ, ਅੰਧਕਾਰ ਸੁਖ ਕਬੈ ਨ ਸੋਈ ਹੈ, ਰਾਜਾ ਰੰਕ ਦਊ ਮਿਲ ਰੋਈ ਹੈ। ਇਹ ਜਿਹੜੀ ਮੈਂ ਕਥਾ ਸੁਣਾਈ ਹੈ ਤੁਹਾਨੂੰ, ਇਹਦਾ ਮਤਲਬ ਇਹ ਨਾ ਸਮਝਿਓ। ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਇੱਕੋ ਹੀ ਜਗ੍ਹਾ ਇੱਕ ਗੁਰੂ ਦੇ ਸਿੱਖ ਕਵਾਉਣ ਵਾਲੇ ਇੱਕ ਮਰਿਆਦਾ ਨੂੰ ਵੱਖ-ਵੱਖ ਰੂਪ ਵਿੱਚ ਕਰਨਗੇ ਤਾਂ ਲੋਕਾਂ ਨੂੰ ਜ਼ਰੂਰ ਸ਼ੰਕਾ ਪਵੇ। ਇਸ ਲਈ ਸਾਨੂੰ ਇਹ ਭੁਲੇਖੇ ਦੂਰ ਕਰਨੇ ਚਾਹੀਦੇ ਨੇ ਔਰ ਇਸ ਅਗਿਆਨਤਾ ਨੂੰ ਦੂਰ ਕਰਨਾ ਚਾਹੀਦਾ। ਅਗਿਆਨਤਾ ਜੋ ਹੈ ਉਹ ਰਾਜੇ ਲਈ ਵੀ ਓਨੀ ਦੁਖਦਾਈ ਹੈ, ਰੰਕ ਲਈ ਵੀ ਦੁਖਦਾਈ। ਅੰਧਕਾਰ ਸੁਖ ਕਬੈ ਨ ਸੋਈ ਹੈ, ਰਾਜਾ ਰੰਕ ਦਊ ਮਿਲ ਰੋਈ ਹੈ। ਜਾਓ ਪੈ ਰਸਨਾ ਰਾਮ ਨ ਕਹਿਬੋ, ਉਪਜਤ ਬਿਨਸਤ ਰੋਬਤ ਰਹਿਬੋ। ਆਖਿਆ ਜਦੋਂ ਤੀਕਰ ਕੋਈ ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਨਹੀਂ ਜਪਦਾ, ਉਦੋਂ ਤੀਕਰ ਉਹਦੀ ਇਹ ਅਵਸਥਾ ਕਦੇ ਠੀਕ ਨਹੀਂ ਹੋ ਸਕਦੀ। ਉਹ ਤਾਂ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਹੀ ਰਹੇਗਾ। ਜਸ ਦੇਖੀਐ ਤਰਵਰ ਕੀ ਛਾਇਆ। ਹੁਣ ਦੇਖੋ ਮਿਸਾਲ ਦੇ ਕੇ ਸਮਝਾਉਂਦੇ ਨੇ। ਜਸ ਦਾ ਮਤਲਬ ਹੈ ਜਿਵੇਂ, ਦੇਖੀ ਹੈ ਦੇਖੀ ਦੀ ਹੈ, ਤਰਵਰ ਕੀ ਛਾਇਆ। ਤਰਵਰ ਕਹਿੰਦੇ ਨੇ ਦਰਖਤ ਨੂੰ, ਛਾਇਆ ਕਹਿੰਦੇ ਉਹਦੀ ਛਾਂ ਨੂੰ। ਜਿਵੇਂ ਸੁਖਮਨੀ ਸਾਹਿਬ ਵਿੱਚ ਵੀ ਆਉਂਦਾ ਹੈ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ, ਜੋ ਦੀਸੈ ਸੋ ਚਾਲਣ ਹਾਰ, ਲਪਟ ਰਹੋ ਤਾਂ ਅੰਧ ਅੰਧਾਰ। ਬਟਾਊ ਸਿਉ ਜੋ ਲਾਵੇ ਨੇ, ਤਾਕੋ ਹਾਥ ਨ ਆਵੇ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਆਖਿਆ ਜਿਹੜੀ ਇਹ ਸੰਸਾਰ ਦੀ ਮਾਇਆ ਹੈ, ਇਹਦੀ ਅਸਲੀਅਤ ਸਮਝੋ ਔਰ ਇਹ ਸਮਝ ਤਾਂ ਆਵੇਗੀ ਜਦੋਂ ਅਗਿਆਨਤਾ ਦਾ ਅੰਧੇਰਾ ਦੂਰ ਹੋਵੇਗਾ। ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਨ ਗਏ ਕਹੋ ਕਾਂ ਕੀ ਮਾਇਆ। ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ, ਇਹ ਮਾਇਆ, ਇਹ ਜੋ ਕੁਝ ਵੀ ਅਸੀਂ ਸਾਰੀ ਉਮਰ ਇਕੱਠਾ ਕੀਤਾ, ਇਹ ਕਿਸ਼ਤੀ ਹੈ। ਭਾਵ ਜਾਣ ਵਾਲੇ ਦੇ ਨਾਲ ਤੇ ਤੁਰੀ ਨਹੀਂ,
कोई जान वाला लैके नहीं गया। ये माया का मालक फिर कोई होर ही बनेगा ना। सचमुच इस तरह इस अज्ञानता नूं दूर करी। भगतां ने बड़ी किरपा की। उन्होंने कहा देखो कन खोल के सुन लो। काहे रे नर गर्भ कर तो बिन सजाए झूठी देही। इस शरीर ने तो एक दिन खत्म हो जाना। शरीर कदे भी किसी का सजीवी नहीं हैगा। माया कदे भी किसी की सदा मित्र नहीं रही। इत्थे वो लोग भी दिखे हन गहरी करके नीम खुदाई ऊपर मंडप छाए मार कंडे ते को अधकाई जिन तृण धर मूंड बुलाए। हुण देखो बराबर दोवां दी गल कर दित्ती। उन्हां दी गल भी कीती जिन्हां ने डूंघियां नीहां पट के उत्ते बड़े महर माड़ियां चबारे बनाए। शरीर करके वो भी चले गए। और मारकंडा ऋषि जिन्हां दी उम्र पुरातन सनातन ग्रंथां विच हज़ारां बरस कही जाती, उन्होंने कोई मकान बनाया ही नहीं। पर चले वो भी गए, चले वो भी गए। आख्या हमरो करता राम स्नेही काहे रे नर गर्भ करत हो बिन सजाए झूठी देही। मेरी मेरी कैरों करते दुर्योधन से भाई 12 जोजन चतर चलेता देही गिरजन खाई। सर्व स्वयं की लंका होती रावण से अधकाई। कहाँ भयो दर बांधे आती खिन में भई पराई। आख्या इसी तरह जदों तीकर ये अज्ञानता का अंधेरा दूर नहीं होता, भावें कोई ब्राह्मण है, भावें कोई शूद्र है, भावें कोई वैश्य, भावें कोई राजा है, भावें कोई रंक है, वो कदे भी सुख अवस्था नूं प्राप्त नहीं कर सकता। ये मिसाल दे के समझाया। आख्या जस देखी है तरवर की छाया प्राण गए कहो कांकी माया। जिमें दरखत की छां सदी भी नहीं रहिंदी, इवें ये माया भी टिकाऊ नहीं हैगी। ये तां जदों किसी का शरीर खत्म हुंदा है, माया का खसम कोई होर बन जाता। जस जंती में जियो समाना। जंती कहते ने उस वाजे नूं जिस वाजे विच जदों कोई वजंतरी वजाउंदा है तो उहदे चों आवाज़ निकलती है, पर जदों वो ना ही वजाउंदा तो वाजे विच आवाज़ खत्म हो जाती। कहते इसे तरह जस जंती में जियो समान, जिमें उस वाजे दे अंदर उस साज दे अंदर आवाज़ टिकी हुई है, पर वो निकलती कदों जदों उसनूं बजाया जाए। मूए मरम को काकर जाना। जदों कोई मर जाता है, शरीर विचों प्राण वखरे हो जाते हैं, फिर किसी नूं की पता वो कित्थे गई, उहदा की हाल होया, किसी नूं कोई पता नहीं। गल की महाराज कहते ने प्यारिओ जो पै रसना राम न कहबो उपजत बिनसत रोबत रहबो। जदों तीकर अपनी रसना नाल कोई परमात्मा दे नाम का सिमरन नहीं करता, उदों तीकर उसनूं सहज सुख अडोलता भटकना रहत अवस्था नहीं प्राप्त होती। इसलिए इन्हां जातां पातां दी हौमे का त्याग करो अते उस परमात्मा दे नाम का सिमरन करो। अंधकार सुख कबै न सोईऐ राजा रंक दो मिल रोईऐ। आख्या चाहे कोई राजा है तो चाहे कोई रंक है, इत्थे इस गल का कोई फर्क नहीं हैगा। मर के ते सारियां ने शरीर छड़ जाना। जो पै रसना राम न कहबो उपजत बिनसत रोवत रहबो।
ਜਦੋਂ ਤੀਕਰ ਆਪ ਕੋਈ ਪਰਮਾਤਮਾ ਦਾ ਨਾਮ ਨਹੀਂ ਜਪਦਾ। ਇਸੇ ਲਈ ਭਗਤ ਜੀ ਨੇ ਕਿਹਾ, ਕਬੀਰ ਰਾਮ ਰਾਮ ਸਭ ਕੋ ਕਹਿ, ਕਹਿ ਰਾਮ ਨਾ ਹੋਏ। ਭਾਈ ਅੰਦਰੋਂ ਕੋਈ ਰਾਮ ਜਪੇ। ਕਈ ਲੋਕਾਂ ਨੇ ਮਾਲਾ ਪਾਈਆਂ ਹੋਈਆਂ ਨੇ। ਭਗਤ ਜੀ ਕਹਿੰਦੇ ਨੇ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ, ਹਿਰਦੇ ਰਾਮ ਨ ਚੇਤਈ ਇਹ ਜਪਣੀ ਕਿਆ ਹੋਏ। ਇਹ ਮਾਲਾ ਕੀ ਕਰੇ? ਜੇ ਮਨ ਤੇ ਕਿਸੇ ਹੋਰ ਪਾਸੇ ਲੱਗਾ ਹੋਇਆ ਤੇ ਮਾਲਾ ਪਾਈ ਹੋਈ ਹੈ, ਦੇ ਮਣਕੇ ਤੇ ਮਣਕਾ, ਤੇ ਮਨ ਕਿਸੇ ਹੋਰ ਪਾਸੇ ਲੱਗਾ ਨਹੀਂ ਭਾਈ, ਆਪ ਪਰਮਾਤਮਾ ਦਾ ਨਾਮ ਜਪੋ, ਫਿਰ ਹੀ ਇਹਦਾ ਰਸ ਆ ਸਕਦਾ। ਇਹ ਅੰਧੇਰਾ ਅਗਿਆਨਤਾ ਦਾ ਤਾਂ ਹੀ ਮੁੱਕੇਗਾ। ਅੰਧਕਾਰ ਸੋ ਕਬੈ ਨ ਸੋਈਐ, ਰਾਜਾ ਰੰਕ ਦਉ ਮਿਲ ਰੋਈਐ। ਜੋ ਪੈ ਰਸਨਾ ਰਾਮ ਨ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਰਹਾਉ ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਨ ਗਏ ਕਹੋ ਕਾਂਕੀ ਮਾਇਆ। ਜਸ ਜੰਤੀ ਮੈਂ ਜਿਉ ਸਮਾਨਾ, ਮੂਏ ਮਰਮ ਕੋ ਕਾ ਕਰ ਜਨ। ਮਰਨ ਤੋਂ ਬਾਅਦ ਕਿਸੇ ਨੂੰ ਕੀ ਪਤਾ ਕਿ ਉਹ ਆਵਾਜ਼ ਕਿੱਥੇ ਚਲੀ ਗਈ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ कहते। बजावन हारो कहाँ गयो, जिन्हें मंदिर कीना। साखी शब्द सुरत नहीं उपजै, खिंच तेज तबलीना। आख्या मेरी राय मनो, इन्हां जातां पातां दे अहंकार विच ना फसो। हंसा सरवर काल शरीर, राम रसायन पियो रे कबीर। आख्या शरीर एक सरोवर है, जिमें सरोवर उत्ते हंस रहिंदे ने, इसे तरह जिहड़ा काल है ना, ये भी शरीर दे नाल ही है, और कोई पता नहीं किस वेले उसने झपट्टा मार लेना। इसलिए टाल मटोल ना करो, जातां पातां दे चक्कर विच ना पवो, बल्कि राम रसायन पियो रे कबीर। कबीर जी कहते ने भाई रसना दे नाल ਉਹ ਰਸਾਇਣ, ਰਸਾਂ ਦਾ ਘਰ ਜੋ ਪਰਮਾਤਮਾ ਦਾ ਨਾਮ ਹੈ, ਉਹਨੂੰ ਪੀਣਾ ਕਰੋ, ਭਾਵ ਉਸਨੂੰ ਆਪ ਜਪਣਾ ਕਰੋ। ਕਿਉਂਕਿ ਲੋਕ ਕਰਮ ਕਾਂਡਾਂ ਵਿੱਚ ਫਸੇ ਹੋਏ, ਸੰਧਿਆ ਪ੍ਰਾਤ ਇਸ਼ਨਾਨ ਕਰਾਈ, ਇਹਨਾਂ ਕੰਮਾਂ ਵਿੱਚ ਆਪਣਾ ਸਾਰਾ ਸਮਾਂ ਲਾ ਰਹੇ ਨੇ। ਭਗਤ ਜੀ ਨੇ ਤੇ ਬਹੁਤ ਕਰੜੇ ਸ਼ਬਦਾਂ ਵਿੱਚ ਵੀ ਕਿਹਾ, ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ। गली जिना जप मालियां, लोटे हथ न भग। ओए हर के संत न आखिए, बानारस के ठग। आख्या जेड़े दिखावे मात्र तिन तिन धोतियां भी रखते ने, तेरे तग भी पाउंदे ने, और गल विच माला भी पाउंदे ने, पर नाम नहीं जपते। कहंदे वो तां बनारस दे ठग हन, वो अपना आप नुकसान विच कर रहे हैं। तो लोड़ है परमात्मा दे नाम दा सिमरन करके इस अज्ञानता दे अंधेरे नूं दूर करिए और असलीयत नूं समझिए। असलीयत की है? वो है परमात्मा दे नाम नूं जपना। जो पै रसना राम न कहबो, उपजत बिनसत रोवत रहबो। जिस जमन मरण तो रहत होना ते राम रसायन पियो रे कबीर। हे भाई, ਸਾਰੇ ਰਸਾਂ ਦਾ ਘਰ ਜੋ ਪਰਮਾਤਮਾ ਹੈ, ਉਹਦਾ ਨਾਮ ਜਪਣਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।